तू मेरो मेर पर्वत सुआमी। ओट गही मैं तेरी, ना तुम डोलो ना हम गिरते। रख लीनी हर मेरी। सतनाम धन वाहिगुरु साहिब जी। तीरथ तप दया दत दान, जे को पावै तिल का मान। सुनिया मन्निया मन कीता भाओ, अंतरगत तीरथ मल नहाओ। सब गुण तेरे मैं नाही कोय, बिन गुण कीते भगत ना होए। स्वस्थ आठ बाणी बरमाओ, सत सुहान सदा मन चाओ। कवन सो वेला वक्त कवन, कवन थित कवन वार। कवन से रुति माह कवन, जित हुआ आकार। वेल ना पाइया पंडिती, जे होवे लेख पुराण। वक्त ना पायो कादिया, जे लिखन लेख कुरान। थित वार ना जोगी जाने, रुत माह ना कोई। जा करता सिर ठीकौ साजे, आपे जाने सोई। किव कर आखां किव सालाही, क्यों बरनी किव जाना। नानक आखण सबको आखे, इक दूं इक सियाणा। वड्डा साहिब वड्डी नाई, कीता जाका होवे। नानक जे को आपों जाने, अगे गया ना सो है। वड्डा साहिब वड्डी नाई, कीता जाका होवे। नानक जे को आपों जाने, अगे गया ना सो है। जुगो जुगी अटल चबर छतर तख्त दे मालक, हाजरा हजूर ज़हरा ज़हूर। शब्द गुरु साहिब श्री गुरु ग्रंथ साहिब महाराज जी की पावन पवित्र हजूरी अंदर जुड़ मिल बैठे सतसंगी जनों, ਵੱਡੇ ਭਾਗਾਂ ਵਾਲੇ ਹਾਂ ਜੋ ਚੱਲ ਰਹੇ ਸ਼੍ਰੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਦੇ ਵਿੱਚ ਹਾਜ਼ਰੀਆਂ ਭਰਨ ਦੇ ਕਰਕੇ ਗੁਰੂ ਚਰਨਾਂ ਦੇ ਵਿੱਚ ਜੁੜ ਮਿਲ ਕੇ ਇਕੱਤਰ ਹੋਏ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਆਪਣੀ ਬਾਣੀ ਦੀ ਵਿਚਾਰ ਕਰਨ ਦੀ ਸਮਰੱਥਾ ਬਖਸ਼ਣ। ਸੋ ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦੇ ਵਿੱਚ ਸੀਸ ਨਿਵਾਉਂਦਿਆਂ, ਰਸਨਾ ਪਵਿੱਤਰ ਕਰਦਿਆਂ ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੀ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਇਸ ਜਪਜੀ ਸਾਹਿਬ ਜੀ ਦੀ 21ਵੀਂ ਪੌੜੀ ਦੇ ਅੰਦਰ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ।
ਹਜੂਰ ਆਖਦੇ ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲ ਕਾ ਮਾਨ। ਇਸ ਸੰਸਾਰ ਦੇ ਵਿੱਚ, ਇਸ ਆਪਣੇ ਹਿੰਦੁਸਤਾਨ ਧਰਤੀ ਦੇ ਉੱਤੇ ਬਹੁਤ ਜਿਹੜਾ ਉਸ ਪਰਮਾਤਮਾ ਦਾ ਨਾਮ ਹੈ ਉਹ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਜਪਿਆ ਜਾਂਦਾ ਹੈ, ਤੇ ਉਹਦੇ ਨਾਮ ਨੂੰ ਜਪਣ ਦੇ ਵਾਸਤੇ ਬਹੁਤ ਸਾਰੇ ਜਿਹੜੇ ਤੀਰਥ ਅਸਥਾਨ ਹਨ ਉਹ ਵੀ ਬਣਾਏ ਗਏ ਨੇ, ਤੇ ਜਿਨ੍ਹਾਂ ਦੇ ਉੱਤੇ ਜਾ ਕੇ ਮਨੁੱਖ ਹੈ ਜਿਹੜਾ ਉਹ ਇਸ਼ਨਾਨ ਕਰਦਾ, ਤਪ ਕਰਦਾ, ਤੇ ਹਜੂਰ ਆਖਦੇ ਅਜਿਹਾ ਕਰਨ ਦੇ ਨਾਲ ਕਿ ਉਸ ਪਰਮਾਤਮਾ ਦੀ ਜਿਹੜੀ ਵਡਿਆਈ ਹੈ ਉਹ ਪ੍ਰਾਪਤ ਹੋ ਜਾਵੇਗੀ। ਅਸੀਂ ਪਿੱਛੇ ਪੜ੍ਹ ਕੇ ਆਏ ਹਾਂ, ਤੀਰਥਾਂ ਦੀ ਗੱਲ ਆਪਾਂ ਪਿੱਛੇ ਵੀ ਕੀਤੀ ਸੀ ਵੀ ਜੇ ਤੀਰਥ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਹੀ ਜਿਹੜਾ ਮਹਾਤਮ ਹੈ ਉਹ ਪ੍ਰਾਪਤ ਹੁੰਦਾ, ਤੇ ਜਿਹੜੇ ਪਾਣੀ ਦੇ ਵਿੱਚ ਜੀਵ ਰਹਿੰਦੇ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਉਹਦਾ ਮਹਾਤਮ ਪ੍ਰਾਪਤ ਹੋਣਾ ਸੀ। ਡੱਡੂ ਮੱਛੀਆਂ ਇਹ ਪਾਣੀ ਦੇ ਵਿੱਚ ਹੀ ਰਹਿੰਦੇ ਨੇ। ਹਜੂਰ ਆਖਦੇ ਵੀ ਜੇ ਪਾਣੀ ਦੇ ਨਾਲ ਇਸ਼ਨਾਨ ਕਰਨ ਦੇ ਨਾਲ ਮਨ ਦੀ ਸਫਾਈ ਹੁੰਦੀ ਜਾਂ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ, ਕਹਿੰਦੇ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਰਹਿਣ ਵਾਲੇ ਜੀਵਾਂ ਨੂੰ ਪ੍ਰਾਪਤ ਹੋ ਜਾਣੀ ਸੀ। ਜਲ ਕੇ ਮੱਜਨ ਜੀ ਗਤ ਹੋਵੇ, ਨਿਤ ਨਿਤ ਮੇਂਢੁਕ ਨਾਵੇਂ। ਪਾਣੀ ਦੇ ਵਿੱਚ ਡੱਡੂ ਹੈ ਜਿਹੜਾ ਹਮੇਸ਼ਾ ਰਹਿੰਦਾ, ਮੱਛੀ ਹੈ ਪਾਣੀ ਦੇ ਵਿੱਚ ਹਮੇਸ਼ਾ ਰਹਿੰਦੀ। ਪਰ ਹਜੂਰ ਆਖਦੇ ਵੀ ਉਸ ਪਰਮਾਤਮਾ ਦਾ ਜਿਹੜਾ ਨਾਮ ਹੈ ਵੱਖਰੇ ਵੱਖਰੇ ਤਰੀਕਿਆਂ ਦੇ ਦੁਆਰਾ ਜਪਿਆ ਗਿਆ ਜਾਂ ਜਪਿਆ ਜਾ ਰਿਹਾ ਹੈ। ਤੀਰਥਾਂ ਦੇ ਉੱਤੇ ਇਸ਼ਨਾਨ ਹੋ ਰਹੇ ਨੇ, ਸਰੀਰ ਨੂੰ ਸਾਧਨ ਦੇ ਕਰਕੇ ਤਪ ਹੋ ਰਹੇ ਨੇ, ਦਇਆ ਹੋ ਰਹੀ ਹੈ ਜੀਵਾਂ ਦੇ ਉੱਤੇ, ਦਤ ਦਾਨ ਕਿਸੇ ਦਾ ਹੱਥ ਲਵਾ ਕੇ ਜਿਹੜਾ ਦਾਨ ਹੈ ਉਹ ਕੀਤਾ ਜਾ ਰਿਹਾ। ਤੀਰਥਾਂ ਦੀ ਗੱਲ ਅਸੀਂ ਵੇਖਦੇ ਹਾਂ ਵੀ ਤੀਰਥ ਨਹਾਵਣ ਜਾਓ, ਹਜੂਰ ਤੇ ਪਾਵਨ ਬਾਣੀ ਦੇ ਅੰਦਰ ਆਖਦੇ ਨੇ ਵੀ ਕਿਤੇ ਜਾਣ ਦੀ ਲੋੜ ਹੀ ਨਹੀਂ। ਜਿਹੜੇ 68 ਤੀਰਥ ਮੰਨੇ ਜਾਂਦੇ ਨੇ ਸੰਸਾਰ ਦੇ ਵਿੱਚ, ਕਹਿੰਦੇ ਉਹਨਾਂ ਦੇ ਉੱਤੇ ਜਾਣ ਦੀ ਲੋੜ ਹੀ ਨਹੀਂ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜੇ ਅੰਦਰੋਂ ਗਿਆਨ ਹੈ, ਅੰਦਰ ਤੇਰਾ ਮਨ ਹੈ ਜਿਹੜਾ ਉਹ ਨਾਮ ਦੇ ਨਾਲ ਜੁੜਿਆ ਹੈ, ਤੇ ਤੈਨੂੰ ਉਹ 68 ਤੀਰਥਾਂ ਦਾ ਜਿਹੜਾ ਮਹਾਤਮ ਹੈ ਉਹ ਪ੍ਰਾਪਤ ਹੋ ਜਾਣਾ। ਤਪੀ ਲੋਕ ਵੀ ਸੰਸਾਰ ਦੇ ਵਿੱਚ ਹਨ ਜਿਹੜੇ ਸਰੀਰ ਨੂੰ ਕਠਿਨ ਸਾਧਨਾਂ ਦੇ ਦੁਆਰਾ ਤਪ ਕਰਦੇ ਨੇ, ਸਾਧਦੇ ਨੇ ਸਰੀਰ ਨੂੰ। ਤੇ ਜੈਨੀ ਫਿਰਕਾ ਹੈ ਜਿਹੜਾ ਉਹ ਜੀਵਾਂ ਦੇ ਉੱਤੇ ਦਇਆ ਕਰਦਾ, ਮੂੰਹ ਦੇ ਉੱਤੇ ਪੱਟੀਆਂ ਬੰਨ੍ਹ ਕੇ ਹੈ ਜਿਹੜਾ ਉਹ ਇੱਕ ਜਗ੍ਹਾ ਦੇ ਉੱਤੋਂ ਦੂਸਰੀ ਜਗ੍ਹਾ ਦੇ ਉੱਤੇ ਜਿਹੜੀ ਆਪਣੀ ਯਾਤਰਾ ਕਰਦੇ ਨੇ ਕਿ ਕੋਈ ਜੀਵ ਹੈ ਜਿਹੜਾ ਉਹਨਾਂ ਦੇ ਮੂੰਹ ਦੇ ਵਿੱਚ ਨਾ ਵੜ ਜਾਵੇ ਜਾਂ ਉਹਨਾਂ ਦੇ ਮੂੰਹ ਦੇ ਵਿੱਚ ਆ ਕੇ ਨਾ ਮਰ ਜਾਵੇ। ਤੇ ਇਹੋ ਜਿਹੇ ਵੀ ਸੰਸਾਰ ਦੇ ਵਿੱਚ ਲੋਕ ਪਾਏ ਜਾਂਦੇ ਹਨ। ਦਤ ਦਾਨ ਜਿਹੜੇ ਆਖਦੇ ਨੇ ਵੀ ਕਿਸੇ ਬੱਚੇ ਦਾ ਹੱਥ ਲਵਾ ਕੇ ਦਾਨ ਕਰ ਦੇਵੋ, ਛੋਟੀ ਬੱਚੀ ਦਾ ਹੱਥ ਲਵਾ ਕੇ ਦਾਨ ਦੇਵੋ। ਕਹਿੰਦੇ ਇਹ ਸਾਰਾ ਕੁਝ ਹੋ ਰਿਹਾ ਹਜੂਰ ਆਖਦੇ, ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਰਹੀ। ਘਾਟ ਕਿੱਥੇ ਰਹਿ ਰਹੀ ਹੈ? ਹਜੂਰ ਆਖਦੇ ਵੀ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਨਾ, ਇਹ ਕਾਰਜ ਇੱਕ ਜੇ ਤੇ ਧਰਮੀ ਰੂਪ ਦੇ ਵਿੱਚ ਕੀਤੇ ਜਾ ਰਹੇ ਨੇ ਵੀ ਪਰਮਾਤਮਾ ਦਾ ਜਿਹੜਾ ਨਾਮ ਹੈ ਅੰਦਰ ਭੈ ਰੱਖਿਆ ਹੈ, ਅੰਦਰ ਅਦਬ ਹੈ, ਪਿਆਰ ਹੈ, ਫਿਰ ਤੇ ਕਹਿੰਦੇ ਕਾਰਜ ਹੋ ਸਕਦਾ ਵੀ ਕਿਤੇ ਨਾ ਕਿਤੇ ਇਹ ਸੰਪੂਰਨ ਹੋ ਜਾਵਣ। ਪਰ ਜੇ ਇਹ ਕਾਰਜ ਇੱਕ ਪਖੰਡ ਹੈ, ਲੋਕ ਦਿਖਾਵਾ ਹੈ, ਵੀ ਜਦੋਂ ਕੋਈ ਤਿਉਹਾਰ ਆਉਂਦਾ ਹੈ ਉਦੋਂ ਅਸੀਂ ਉਸ ਪਰਮਾਤਮਾ ਨੂੰ ਚੇਤੇ ਬੜਾ ਰਿੱਝ ਕੇ ਚੇਤੇ ਕਰਦੇ ਹਾਂ, ਬੜਾ ਉਹਦੀ ਜਿਹੜੀ ਆਰਾਧਨਾ ਕਰਦੇ ਹਾਂ, ਅੱਗੋਂ ਪਿੱਛੋਂ ਸਾਨੂੰ ਪਰਮਾਤਮਾ ਦਾ ਚੇਤਾ ਹੀ ਨਹੀਂ ਆਉਂਦਾ। ਅੱਗੋਂ ਕਦੇ ਉੱਠ ਕੇ ਬੰਦਾ ਗੁਰਦੁਆਰਾ ਸਾਹਿਬ ਨਹੀਂ ਗਿਆ, ਕਦੇ ਮੰਦਿਰ ਮਸਜਿਦ ਗੁਰਦੁਆਰੇ ਨਹੀਂ ਗਿਆ, ਤੇ ਜਦੋਂ ਕੋਈ ਤਿਉਹਾਰ ਆਉਂਦਾ ਉਦੋਂ ਦਿਖਾਉਂਦਾ ਵੀ ਮੈਨੂੰ ਸਭ ਤੋਂ ਜ਼ਿਆਦਾ ਮੈਂ ਉਸ ਪਰਮਾਤਮਾ ਦਾ ਭਗਤ ਹਾਂ, ਰੱਬ ਦਾ ਭਗਤ ਹਾਂ, ਸਭ ਤੋਂ ਵੱਧ ਕੇ ਮੈਂ ਉਹਦੀ ਪੂਜਾ ਕਰਦਾ, ਮੈਂ ਹਾਂ ਜਿਹੜਾ ਉਸ ਪਰਮਾਤਮਾ ਨੂੰ ਚੇਤੇ ਕਰਦਾ ਤੇ ਮੈਂ ਉਹਨੂੰ ਪ੍ਰਾਪਤ ਕਰ ਲੈਣਾ।
ਹਜ਼ੂਰ ਆਖਦੇ ਲੋਕ ਲਾਜ ਦੇ ਵਾਸਤੇ, ਲੋਕ ਦਿਖਾਵੇ ਦੇ ਵਾਸਤੇ ਜਿਹੜਾ ਕਾਰਜ ਕੀਤਾ ਜਾ ਰਿਹਾ ਹੈ ਇਹ ਇੱਕ ਪਖੰਡ ਹੈ। ਜੇ ਅਸੀਂ ਇਸ ਪਖੰਡ ਦੇ ਵਿੱਚੋਂ ਨਿਕਲਣਾ, ਹਜ਼ੂਰ ਆਖਦੇ ਵੀ ਜਿਹੜੇ ਕਾਰਜ ਕਰ ਰਹੇ ਆ ਇਹ ਤੇ ਰਸਤੇ ਦੇ ਵਿੱਚ ਲੁੱਟਣ ਵਾਲੇ ਨੇ। ਜਦੋਂ ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਪਹੁੰਚਣਾ ਹੈ, ਹਜ਼ੂਰ ਆਖਦੇ ਇਹ ਜਿਹੜੇ ਤੇਰੇ ਕੀਤੇ ਹੋਏ ਜਪ ਤਪ ਕਰਮ ਕਾਂਡ ਹਨ ਜਿਹੜੇ ਇਹ ਰਸਤੇ ਦੇ ਵਿੱਚ ਹੀ ਲੁੱਟ ਲੈ ਜਾਣੇ ਨੇ। ਪਾਵਨ ਬਾਣੀ ਦਾ ਵੀ ਫਰਮਾਨ ਹੈ, ਜਪ ਤਪ ਕਰਮ ਕਮਾਵਣੇ ਇਹ ਊਰੇ ਮੂਸੇ, ਇਹ ਉਰਲੇ ਪਾਸੇ ਲੁੱਟੇ ਜਾਣੇ ਨੇ। ਜਪ ਤਪ ਜਿੰਨੇ ਵੀ ਕਰਮ ਕਾਂਡ ਕਰ ਰਹੇ ਹੈ, ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾ ਗਾਤੀ ਲੁੱਟੈ। ਹਜ਼ੂਰ ਆਖਦੇ ਵੀ ਜਿਹੜੇ ਤੇਰੇ ਕਰਮ ਧਰਮ ਦੇ ਨਾਮ ਤੇ ਜਿਹੜੇ ਕੀਤੇ ਜਾਣ ਵਾਲੇ ਕਾਰਜ ਹਨ, ਇਹਨਾਂ ਨੂੰ ਤੇ ਜਗਾਤ ਲੈਣ ਵਾਲੇ ਜਿਹੜੇ ਟੈਕਸੀਏ ਹਨ, ਟੈਕਸ ਲਾਉਂਦੇ ਨੇ ਜਿਹੜੇ, ਉਹਨਾਂ ਨੇ ਰਸਤੇ ਦੇ ਵਿੱਚ ਹੀ ਲੁੱਟ ਲੈਣੇ। ਫਿਰ ਤੇਰੇ ਨਾਲ ਕੀ ਜਾਣੇ। ਹਜ਼ੂਰ ਆਖਦੇ ਜੇ ਤੂੰ ਇੰਨਾ ਕੁਝ ਪ੍ਰਾਪਤ ਕੀਤਾ, ਇੰਨਾ ਕਠਿਨ ਤਪ ਕੀਤਾ, ਤੀਰਥਾਂ ਤੇ ਇਸ਼ਨਾਨ ਕਰਨ ਗਿਆ, ਤਪ ਕੀਤਾ, ਜੀਵਾਂ ਦੇ ਉੱਤੇ ਦਇਆ ਕੀਤੀ, ਹੱਥ ਲਾ ਲਾ ਕੇ ਵੱਡੇ ਵੱਡੇ ਦਾਨ ਕੀਤੇ, ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜੇ ਕੋ ਪਾਵੇ ਤਿਲ ਕਾ ਮਾਨ, ਜਿਵੇਂ ਇੱਕ ਰਿਓੜੀ ਦੇ ਉੱਤੇ ਨਾ ਜਦੋਂ ਲੋਹੜੀ ਆਉਂਦੀ ਉਦੋਂ ਰੋੜੀਆਂ ਆਉਂਦੀਆਂ ਨੇ, ਉਹਦੇ ਉੱਤੇ ਇੱਕ ਤਿਲਾਂ ਦਾ ਜਿਹੜਾ ਹੈ ਉਹ ਆਲੇ ਦੁਆਲੇ ਤਿਲ ਲੱਗੇ ਹੁੰਦੇ ਨੇ। ਕਹਿੰਦੇ ਜਿਵੇਂ ਰੋੜੀ ਦੇ ਉੱਤੇ ਇੱਕ ਤਿਲ ਲੱਗਾ ਹੋਇਆ ਨਾ ਛੋਟਾ ਜਿਹਾ, ਇੰਨਾ ਕੁ ਤੈਨੂੰ ਮਾਨ ਵਡਿਆਈ ਜਿਹੜਾ ਆਦਰ ਹੈ ਪ੍ਰਾਪਤ ਹੋਣਾ ਹੈ। ਜੇ ਕੋ ਪਾਵੇ ਤਿਲ ਕਾ ਮਾਨ, ਇੱਕ ਤਿਲ ਜਿੰਨਾ, ਇੰਨਾ ਕੁਝ ਕਰਨ ਦੇ ਬਾਵਜੂਦ ਵੀ ਤੇਰੀ ਝੋਲੀ ਦੇ ਵਿੱਚ ਇੱਕ ਤਿਲ ਮਾਤਰ ਹੈ ਜਿਹੜਾ ਉਹ ਪਿਆਰ, ਉਹਦੀ ਵਡਿਆਈ ਮਾਨ ਆਦਰ ਪਿਆ, ਭਾਵੇਂ ਕਿ ਕੀਤੇ ਹੋਏ ਤੇਰੇ ਕਾਰਜ ਸਾਰੇ ਵਿਅਰਥ ਚਲੇ ਗਏ। ਤੇ ਹਜ਼ੂਰ ਆਖਦੀ ਵੀ ਇਸ ਦੇ ਨਾਲੋਂ ਤੋਂ ਗੁਰੂ ਦੀ ਸੰਗਤ ਦੇ ਵਿੱਚ ਆਉਂਦਾ, ਗੁਰੂ ਦੇ ਕੋਲੋਂ ਪੁੱਛਦਾ ਵੀ ਮੈਂ ਕਿਵੇਂ ਉਸ ਪਰਮਾਤਮਾ ਨੂੰ ਚੇਤੇ ਕਰਨਾ ਹੈ, ਕਿਉਂਕਿ ਉਸ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਇੰਨਾ ਕੁ ਸੌਖਾ ਹੈ, ਇੰਨਾ ਕੁ ਦਾ ਰਸਤਾ ਸੌਖਾ ਹੈ, ਜਿਸ ਰਸਤੇ ਦੇ ਉੱਤੇ ਚੱਲ ਕੇ ਨਾਮ ਨੂੰ ਜਪ ਕੇ ਅਸੀਂ ਪਰਮਾਤਮਾ ਦੀ ਜਿਹੜੀ ਵਡਿਆਈ ਹੈ, ਮਾਨ ਆਦਰ ਹੈ ਉਹ ਪ੍ਰਾਪਤ ਕਰ ਸਕਦੇ ਹਾਂ। ਪਰ ਹਜ਼ੂਰ ਆਖਦੇ ਕਿ ਇੱਕ ਜਿਵੇਂ ਸਰੇਵੜਾ ਹੁੰਦਾ ਹੈ ਨਾ, ਜਿਹੜਾ ਬੜਾ ਆਪਣੇ ਆਪ ਨੂੰ ਪੰਡਿਤ ਦਿਖਾਉਂਦਾ ਹੈ, ਪੁਰਾਣੇ ਸਮਿਆਂ ਦੇ ਵਿੱਚ ਉਹ ਗਾਂ ਨੂੰ ਪਵਿੱਤਰ ਸਮਝਦਾ ਸੀ, ਅੱਜ ਵੀ ਸਮਝਿਆ ਜਾਂਦਾ ਹੈ। ਕਹਿੰਦੇ ਉਹਦੇ ਗੋਹੇ ਦੇ ਨਾਲ ਚੌਂਕਾ ਹੈ ਜਿਹੜਾ ਉਹਨੂੰ ਲਿਪਦਾ ਹੈ, ਉਹਦੀ ਚੌਂਕੇ ਨੂੰ ਜਿਹੜੀ ਹੈ ਉਹਨੂੰ ਸ਼ਿੰਗਾਰਦਾ ਹੈ। ਤੇ ਹਜ਼ੂਰ ਨੇ ਪਾਵਨ ਬਾਣੀ ਦੇ ਅੰਦਰ ਸਮਝਾਇਆ ਵੀ ਗਊ ਬ੍ਰਾਹਮਣ ਕਉ ਕਰ ਲਾਵੋ ਗੋਬਰ ਤਰਨ ਨਾ ਜਾਏ, ਵੀ ਜੀ ਗੋਬਰ ਦਾ ਚੌਂਕਾ ਸਾਫ ਪੋਚਾ ਮਾਰ ਕੇ ਤੂੰ ਇਸ ਸੰਸਾਰ ਤੋਂ ਤਰਨਾ ਹੋਵੇ, ਉਹ ਤੇ ਇੱਕ ਗੰਦਗੀ ਹੈ, ਉਹ ਤੇ ਇੱਕ ਵਿਸ਼ਟਾ ਹੈ ਜਿਹੜੀ ਇੱਕ ਪਸ਼ੂ ਦੇ ਅੰਦਰੋਂ ਆਈ ਹੈ, ਤੇ ਉਹਨੂੰ ਤੂੰ ਪਵਿੱਤਰ ਸਮਝਦਾ ਪਿਆ, ਉਹਦਾ ਤੂੰ ਪੋਚਾ ਮਾਰਦਾ ਪਿਆ ਤੇ ਆਖਦੇ ਤੇ ਵੀ ਜਿਹੜੀ ਜਗ੍ਹਾ ਹੈ ਜਿਹੜੀ ਪਵਿੱਤਰ ਹੋ ਗਈ ਹੈ। ਹਜ਼ੂਰ ਆਖਦੇ ਨਹੀਂ, ਇਸ ਕਰਕੇ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਤੇ ਸਿਰਫ ਇੰਨਾ ਕਿ ਹੈ ਕਿ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਇੱਕ ਕਿਨਕਾ ਮਾਤਰ ਵੀ ਜੀ ਪਰਮਾਤਮਾ ਦਾ ਨਾਮ, ਇੰਨੇ ਕਰਮ ਕਾਂਡ ਕਰਨ ਦੇ ਨਾਲੋਂ ਤੂੰ ਇੱਕ ਕਿਨਕਾ ਮਾਤਰ ਦਾ ਨਾਮ ਹੀ ਹਿਰਦੇ ਦੇ ਵਿੱਚ ਵਸਾ ਲੈ, ਉਹ ਨਾਮ ਹਿਰਦੇ ਦੇ ਵਿੱਚ ਵਸ ਗਿਆ, ਤੇਰੀ ਮਹਿਮਾ ਹੈ ਜਿਹੜੀ ਉਹਦੀ ਗਿਣਤੀ ਨਹੀਂ ਹੋਣੀ। ਮਹਿਮਾ ਤਾਂ ਕਿ ਮਹਿਮਾ ਗਨੀ ਨਾ ਆਵੇ, ਉਹਦੀ ਮਹਿਮਾ ਹੈ ਜਿਹੜੀ, ਉਹਦੀ ਵਡਿਆਈ ਹੈ, ਉਹਦਾ ਕੋਈ ਹਿਸਾਬ ਕਿਤਾਬ ਵੀ ਨਹੀਂ ਲਾਇਆ ਜਾ ਸਕਦਾ, ਜਿਹਨੇ ਇੱਕ ਛਿਨ ਮਾਤਰ ਵੀ ਇਸ ਪਰਮਾਤਮਾ ਦੇ ਨਾਮ ਨੂੰ ਹਿਰਦੇ ਦੇ ਵਿੱਚ ਵਸਾ ਲਿਆ। ਹਜ਼ੂਰ ਤੇ ਆਖਦੇ ਨੇ ਤੈਨੂੰ ਸਮਾਧੀਆਂ ਲਾਉਣ ਦੀ ਲੋੜ ਹੀ ਨਹੀਂ, ਤੀਰਥਾਂ ਦੇ ਉੱਤੇ ਜਾ ਕੇ ਆਪਣਾ ਸਮਾਂ ਵੇਸਟ ਕਰਨ ਦੀ ਲੋੜ ਹੀ ਨਹੀਂ, ਤੂੰ ਤੇ ਇੰਨਾ ਕਰ ਏਕ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੀ ਜਿਨ ਕੀਨੋ ਤਿਨ ਲਾਭ। ਜਿਨ੍ਹਾਂ ਨੇ ਕੀਤਾ ਬਸ ਇੰਨਾ ਕੁ ਇੱਕ ਘੜੀ ਦੇ ਵਿੱਚੋਂ ਅੱਧੀ ਘੜੀ ਦੇ ਵਿੱਚੋਂ ਅੱਧੀ ਘੜੀ, ਇੱਕ ਘੜੀ ਹੁੰਦੀ ਹੈ 24 ਮਿੰਟਾਂ ਦੀ, ਅੱਧੀ ਹੋ ਗਈ 12 ਮਿੰਟਾਂ ਦੀ, 12 ਦੇ ਵਿੱਚੋਂ ਅੱਧੀ 6 ਮਿੰਟਾਂ ਦੀ, ਤੇ ਉਹਦੇ ਵਿੱਚੋਂ ਵੀ ਅੱਧੀ 3 ਮਿੰਟ ਵੀ ਜੇ ਕਿਤੇ ਇਕਾਗਰ ਚਿੱਤ ਹੋ ਕੇ ਤੂੰ ਪਰਮਾਤਮਾ ਨੂੰ ਚੇਤੇ ਕਰ ਲਵੇਂ, ਹਜ਼ੂਰ ਆਖਦੀ ਤੇਰੀ ਝੋਲੀ ਦੇ ਵਿੱਚ ਉਹ ਵਡਿਆਈ ਪ੍ਰਾਪਤ ਪੈ ਜਾਣੀ ਹੈ, ਤੈਨੂੰ ਉਹ ਜਿਹੜਾ ਨਾਮ ਹੈ ਪਰਮਾਤਮਾ ਦਾ ਉਹ ਪ੍ਰਾਪਤ ਹੋ ਜਾਣੇ। ਤੇ ਹਜ਼ੂਰ ਆਖਦੀ ਦਇਆ ਦਤ ਦਾਨ, ਤੀਰਥ ਤਪ ਦਇਆ ਦਤ ਦਾਨ, ਜਿਹੜੇ ਦਇਆ ਕਰਦਾ ਫਿਰਦੇ, ਹੱਥ ਲਾ ਲਾ ਕੇ ਕਿਸੇ ਦਾ ਹੱਥ ਲਵਾ ਕੇ ਜਿਹੜੇ ਦਾਨ ਕਰਦਾ ਫਿਰਦੇ, ਹਜ਼ੂਰ ਆਖਦੇ ਪੁੰਨ ਦਾਨ ਜਪ ਤਪ ਜੀਤੇ ਸਭ ਉਪਰ ਨਾਮ, ਸਾਰਿਆਂ ਤੋਂ ਉੱਤੇ ਪਰਮਾਤਮਾ ਦਾ ਨਾਮ ਹੈ। ਜਿੰਨੇ ਵੀ ਪੁੰਨ ਦਾਨ ਤੂੰ ਕਰ ਰਹੀ ਹੈ, ਜਪ ਤਪ ਕਰ ਰਹੀ ਹੈ,
ਸਾਰੇ ਉਸ ਪਰਮਾਤਮਾ ਦੇ ਕੋਲੋਂ ਹੀ ਤੇ ਮੰਗ ਕੇ ਲਏ ਨੇ। ਜੇ ਅੱਜ ਤੇਰੇ ਕੋਲ ਕਿਸੇ ਨੂੰ ਕੁਝ ਦੇਣ ਵਾਸਤੇ ਇਕੱਤਰ ਹੋਇਆ ਹੈ, ਤੂੰ ਪਹਿਲਾਂ ਗੁਰੂ ਤੋਂ ਤੇ ਮੰਗਿਆ, ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਤੂੰ ਮੰਗਿਆ ਤੇ ਗੁਰੂ ਦੇ ਸਾਹਮਣੇ ਵੱਡਾ ਹੋਣ ਦਾ ਹੁਣ ਅਡੰਬਰ ਕਰ ਲਿਆ ਹੈ। ਆਪਣੇ ਆਪ ਨੂੰ ਸਮਝਦੇ ਮੈਂ ਬੜਾ ਵੱਡਾ ਦਾਨੀ ਹੋ ਗਿਆ। ਕੋਈ ਆਖਦੀ ਨਹੀਂ, ਇਹਦੇ ਇੰਜ ਸਮਝ ਲਵੋ ਵੀ ਅਸੀਂ ਨਾਮ ਤੋਂ ਸਖਣੇ ਹਾਂ ਤੇ ਹੋਰ ਸਾਰੇ ਕਾਰਜ ਅਸੀਂ ਕਰਦੇ ਪਏ ਹਾਂ। ਨਾਮ ਤੋਂ ਬਿਨਾ ਅਸੀਂ ਸਾਰੇ ਕਾਰਜ ਕਰ ਲਏ, ਤੀਰਥਾਂ ਦਾ ਭ੍ਰਮਣ ਵੀ ਕਰ ਲਿਆ, ਤਪ ਵੀ ਕਰ ਲਿਆ, ਦਇਆ ਵੀ ਕਰ ਲਈ ਜੀਵਾਂ ਦੇ ਉੱਤੇ, ਦਾਨ ਵੀ ਵੱਧ ਚੜ ਕੇ ਦੇ ਰਹੇ ਹਾਂ। ਪਰ ਨਾਮ ਹੈ ਜਿਹੜਾ, ਨਾਮ ਸੁਣਤ ਜਨ ਬਿਛੂ ਡਸਾਨਾ, ਜਿਵੇਂ ਸਮਝ ਲਓ ਵੀ ਨਾਮ ਜਦੋਂ ਆਖੀ ਨਾ ਵੀ ਰੱਬ ਦਾ ਨਾਮ ਚੇਤੇ ਕਰ ਲਏ, ਹਜ਼ੂਰ ਆਖਰ ਵੀ ਇੰਜ ਲੱਗਦਾ ਵੀ ਜਿਵੇਂ ਬਿੱਛੂ ਨੇ ਡੰਗ ਮਾਰ ਦਿੱਤਾ ਹੋਵੇ ਵੀ ਹਾਂ ਮੈਨੂੰ ਨਾਮ ਜਪਣ ਦੇ ਵਾਸਤੇ ਆਖਿਆ ਗਿਆ, ਮੈਨੂੰ ਕਿੱਦਾਂ, ਮੈਂ ਕਿੱਦਾਂ ਨਾਮ ਜਪ ਸਕਦਾ। ਇਹ ਤੇ ਕਾਰਜ ਹੈ ਜਿਹੜਾ ਸਾਡੇ ਹਿੱਸੇ ਨਹੀਂ, ਅਸੀਂ ਤੇ ਮੌਜ ਮਸਤੀ ਕਰਨ ਵਾਸਤੇ ਆਏ ਹਾਂ। ਸਾਡੇ ਕੋਲੋਂ ਦਾਨ ਜਿੰਨਾ ਮਰਜ਼ੀ ਲੈ ਲਓ, ਪੈਸੇ ਜਿੰਨੇ ਮਰਜ਼ੀ ਲੈ ਲਓ, ਅਸੀਂ ਹੋਰ ਜਿਹੜੇ ਕਾਰਜ ਹਨ, ਪਖੰਡ ਹਨ ਜਿੰਨੇ ਵੀ, ਉਹ ਵਾਧੂ ਕਰ ਲਵਾਂਗੇ, ਪਰ ਨਾਮ ਜਪਣ ਦੇ ਵਾਸਤੇ ਨਾ। ਕੋਈ ਨਾਮ ਸੁਨਤ ਜਨ ਬਿਛੂ ਡਸਾਨਾ, ਜਿਵੇਂ ਬਿਛੂ ਨੇ ਡੰਗ ਮਾਰਿਆ ਹੋਵੇ ਇੰਜ ਲੱਗਦਾ ਵੀ ਮੈਂ ਨਾਮ ਕਿਵੇਂ ਜਪਾਂ। ਹਜ਼ੂਰ ਆਖਦੇ ਵੀ ਇੰਜ ਸਮਝ ਲਓ ਵੀ ਜੇ ਨਾਮ ਨਹੀਂ ਤੇ ਜਿਵੇਂ ਕੋਈ ਵਿਆਹ ਦੇ ਵਿੱਚ ਬਰਾਤ ਚੱਲੀ ਹੈ, 300-400 ਬੰਦਾ ਤਿਆਰ ਹੋਇਆ ਹੈ, ਬਰਾਤ ਚੱਲੀ ਹੈ, ਗੱਡੀਆਂ ਭਰ ਭਰ ਕੇ ਲੋਕ ਉਹਨਾਂ ਦੇ ਵਿੱਚ ਸਵਾਰ ਹੋਏ ਨੇ, ਇਧਰਲੇ ਵੀ ਖੁਸ਼ ਨੇ, ਕੁੜੀ ਵਾਲੇ ਵੀ ਖੁਸ਼ ਨੇ ਵੀ ਹਾਂ ਬੜੀ ਸੋਹਣੀ ਬਰਾਤ ਸੱਜ ਕੇ ਆਈ ਹੈ, ਬੜੇ ਤਿਆਰ ਹੋ ਕੇ ਲੋਕ ਆਏ ਨੇ, ਬੜੇ ਕੋਟ ਪੈਂਟਾਂ ਪਾਏ ਨੇ। ਤੇ ਜਦੋਂ ਅਖੀਰ ਦੇ ਉੱਤੇ ਪਤਾ ਲੱਗਦਾ ਵੀ ਬਰਾਤ ਦੇ ਵਿੱਚ ਲਾੜਾ ਤੇ ਹੈ ਹੀ ਨਹੀਂ, ਤੇ ਲਾੜੇ ਤੋਂ ਬਿਨਾਂ ਬਰਾਤ ਕਿਵੇਂ ਹੋ ਸਕਦੀ ਹੈ ਚੰਗੀ। ਇਸੇ ਤਰ੍ਹਾਂ ਹਜ਼ੂਰ ਆਖਦੇ ਵੀ ਜਿੰਨੇ ਮਰਜ਼ੀ ਅਡੰਬਰ ਕਰ ਲਵੋ, ਜੇ ਜੀਵਨ ਦੇ ਵਿੱਚ ਨਾਮ ਹੈ ਨਹੀਂ ਤੇ ਉਹ ਬਰਾਤ ਦੇ ਵਾਂਗੂ ਲਾੜੇ ਤੋਂ ਬਿਨਾਂ ਜਿਹੜੀ ਬਰਾਤ ਹੈ, ਤੇ ਇੱਕ ਨਾਮ ਤੋਂ ਬਿਨਾਂ ਜਿਹੜੇ ਕੀਤੇ ਹੋਏ ਕਾਰਜ ਹਨ ਇੰਜ ਹਨ ਵੀ ਜਿਵੇਂ ਕੋਈ ਅਸੀਂ ਬਹੁਤ ਵੱਡਾ ਜਿਹੜਾ ਕਾਰਜ ਤੇ ਕਰ ਲਿਆ ਪਰ ਉਹਦਾ ਮਹਾਤਮਾ ਸਾਨੂੰ ਕੋਈ ਨਹੀਂ ਪ੍ਰਾਪਤ ਹੋਇਆ। ਹਜ਼ੂਰ ਆਖਦੇ ਜੇ ਕੋ ਪਾਵੇ ਤਿਲ ਕਾ ਮਾਨ, ਇੰਨਾ ਕੁਝ ਕਰਨ ਦੇ ਬਾਅਦ ਵੀ ਸਾਨੂੰ ਸਿਰਫ ਇੱਕ ਤਿਲ ਮਾਤਰ ਜਿਹੜੀ ਵਡਿਆਈ ਹੈ ਉਹ ਪ੍ਰਾਪਤ ਹੋਣੀ ਹੈ। ਹਜ਼ੂਰ ਆਖਦੇ ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਚੇਤੇ ਕੀਤਾ, ਚਰਨ ਭਜੇ ਪਾਰ ਬ੍ਰਹਮ ਕੀ ਸਭ ਜਪ ਤਪ ਤਿਨ ਹੀ ਕੀਤ, ਜਿਨ੍ਹਾਂ ਨੇ ਰੱਬ ਦੇ ਨਾਮ ਰੂਪੀ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ, ਜਿਨ੍ਹਾਂ ਨੇ ਨਾਮ ਨੂੰ ਚੇਤੇ ਕੀਤਾ, ਜਪ ਤਪ ਤਿਨ ਹੀ ਕੀਤ, ਉਹਨਾਂ ਨੇ ਹਿੱਸੇ ਜਪ ਤੇ ਤਪ ਸਾਰਾ ਕੁਝ ਉਹਨਾਂ ਦੀ ਝੋਲੀ ਦੇ ਵਿੱਚ ਆ ਗਿਆ। ਉਹੀ ਜਪ ਹੈ, ਨਾਮ ਨੂੰ ਜਪਣਾ ਜਪ ਹੈ, ਨਾਮ ਕਾਗਰ ਚਿੱਤ ਹੋ ਕੇ ਜਪਣਾ ਉਸ ਤਪ ਹੈ, ਸਾਰਾ ਕੁਝ ਹਜ਼ੂਰ ਆਖਦੇ ਉਹਦੇ ਵਿੱਚ ਹੀ ਆ ਗਿਆ। ਇਸ ਕਰਕੇ ਸੁਣਿਆ ਮੰਨਿਆ ਮਨ ਕੀਤਾ ਭਾਉ। ਹੁਣ ਪਿੱਛੇ ਪੰਕਤੀਆਂ ਆਪਾਂ ਪੌੜੀਆਂ ਪੜ੍ਹ ਕੇ ਆਏ ਹਾਂ, ਪਹਿਲਾਂ ਸੁਣਿਆ ਦੀਆਂ 4 ਪੌੜੀਆਂ ਆਈਆਂ, ਫਿਰ ਮੰਨਿਆ ਦੀਆਂ 4 ਪੌੜੀਆਂ ਆਈਆਂ। ਹਜ਼ੂਰ ਆਖਦੇ ਪਹਿਲਾਂ ਸੁਣਿਆ ਫਿਰ ਮੰਨਿਆ, 2 ਕੰਡੀਸ਼ਨਾਂ ਪਾਰ ਕਰਨ ਤੋਂ ਬਾਅਦ ਹੁਣ ਤੀਜੀ ਕੰਡੀਸ਼ਨ ਆਈ ਮਨ ਕੀਤਾ ਭਾਉ। ਹੁਣ ਮੰਨ ਕੇ ਪਿਆਰ ਪੈਦਾ ਹੋ ਗਿਆ ਗੁਰੂ ਦੇ ਨਾਲ, ਹੁਣ ਪਿਆਰ ਦੀ ਤਾਂਘ ਪੈਦਾ ਹੋ ਗਈ ਮਨ ਦੇ ਵਿੱਚ, ਮੈਂ ਹੁਣ ਗੁਰੂ ਨੂੰ ਪਾਉਣਾ ਤੇ ਹੁਣ ਮੈਂ ਗੁਰੂ ਦੇ ਨਾਲ ਪ੍ਰੇਮ ਹੈ ਜਿਹੜਾ ਉਹਦੇ ਵਿੱਚ ਵੱਜਣਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਜਦੋਂ ਇਹ ਵਾਲੀ ਅਵਸਥਾ ਦੀ ਮਨੁੱਖ ਪਹੁੰਚਦਾ ਹਜ਼ੂਰ ਆਖਦੀ ਫਿਰ ਉਹਦੇ ਜੀਵਨ ਦੇ ਵਿੱਚ ਇਹ ਤੀਰਥਾਂ ਦਾ ਜਿਹੜਾ ਇਸ਼ਨਾਨ ਹੈ, ਜਿਹੜੇ ਅਡੰਬਰ ਹਨ ਉਹਨਾਂ ਦੇ ਵਾਸਤੇ ਕੋਈ ਜਗ੍ਹਾ ਨਹੀਂ ਲੈਂਦੀ। ਅੰਤਰਗਤ ਤੀਰਥ ਮਲਨਾਉ, ਉਹਦੇ ਅੰਦਰ ਹਿਰਦੇ ਦੇ ਵਿੱਚ ਹੀ ਤੀਰਥ ਬਣ ਜਾਂਦਾ ਹੈ। ਉਸ ਹਿਰਦੇ ਰੂਪੀ ਤੀਰਥ ਦੇ ਵਿੱਚ ਹੀ ਫਿਰ ਉਹ ਮਨੁੱਖ ਹੈ ਜਿਹੜਾ ਉਹ ਇਸ਼ਨਾਨ ਕਰਦਾ, ਮਲ ਨਾਉ, ਮਲ ਮਲ ਕੇ ਉਸ ਤੀਰਥ ਦੇ ਉੱਤੇ ਇਸ਼ਨਾਨ ਕਰਦਾ, ਆਪਣੇ ਮਨ ਦੀ ਜਿਹੜੀ ਮੈਲ ਹੈ ਉਹ ਕੱਢਦਾ, ਸਰੀਰ ਦੀ ਮੈਲ ਧੋਂਦਾ, ਮਨ ਦੇ ਵਿੱਚੋਂ ਬੁਰੇ ਵਿਚਾਰ ਹਨ ਜਿਹੜੇ ਆਉਂਦੇ ਉਹਨਾਂ ਨੂੰ ਖਤਮ ਕਰਦਾ। ਕਿਉਂ? ਕਿਉਂਕਿ ਉਹਨੇ ਸੁਣਿਆ ਮੰਨਿਆ ਮਨ ਕੀਤਾ ਭਾਉ, ਪਹਿਲਾਂ ਸੁਣਿਆ ਫਿਰ ਮੰਨਿਆ ਤੇ ਹੁਣ ਮੰਨ ਕੇ ਉਸ ਪਰਮਾਤਮਾ ਨੂੰ ਪਿਆਰ ਕਰਦਾ, ਉਹਦੇ ਨਾਲ ਇੱਕ ਮਿਕਤਾ ਦੀ ਜਿਹੜੀ ਸਾਂਝ ਹੈ ਉਹ ਪਾਉਣ ਦੇ ਵਾਸਤੇ ਤੁਰਿਆ ਤੇ ਅੰਦਰ ਉਹਦੇ ਤੀਰਥ ਬਣ ਗਿਆ। ਹਜ਼ੂਰ ਆਖਦੇ ਉਹਨੂੰ ਜਾਣ ਦੀ ਲੋੜ ਹੀ ਨਹੀਂ ਕਿਤੇ, ਫਿਰ ਉਸ ਤੀਰਥ ਦੇ ਉੱਤੇ ਉਹ ਬੈਠ ਕੇ ਇਸ਼ਨਾਨ ਕਰਦਾ ਤੇ ਮਲ ਮਲ ਕੇ ਜਿਹੜੀ ਮੈਲ ਹੈ ਉਤਾਰਦਾ, ਆਪਣੇ ਮਨ ਨੂੰ ਸ਼ੁੱਧ ਕਰਦਾ। ਹਜ਼ੂਰ ਆਖਦੇ ਇਸ ਕਰਕੇ ਔਖੇ ਸਾਧਨਾ ਦੇ ਦੁਆਰਾ ਸਰੀਰ ਨੂੰ ਕਠਿਨਾਈਆਂ ਦੇ ਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ। ਮਨ ਹੱਠ ਕਿਨੇ ਨਾ ਪਾਇਓ, ਮਨ ਦੇ ਹੱਠ ਦੇ ਕਰਕੇ ਕੋਈ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਿਆ। ਜਿੰਨੇ ਵੀ ਪਰਮਾਤਮਾ ਦੀ ਪ੍ਰਾਪਤੀ ਕਰਨੀ ਚਾਹੀਏ
ਉਹ ਤੇ ਭੋਲੇਪਨ ਦੇ ਵਿੱਚ ਆ ਕੇ ਪ੍ਰਾਪਤ ਹੋਇਆ, ਜਿਹਨੇ ਬਿਲਕੁਲ ਨਿਮਾਣਾ ਜਿਹਾ ਹੋ ਕੇ ਅਰਦਾਸ ਬੇਨਤੀ ਕੀਤੀ ਹੈ। ਬਿਲਕੁਲ ਭੋਲਾ ਹੋ ਗਿਆ, ਜਿਹੜਾ ਬਿਲਕੁਲ ਅੰਦਰੋਂ ਸਾਫ਼ ਹੋ ਗਿਆ ਵੀ ਮੇਰੇ ਮਨ ਦੇ ਵਿੱਚ ਤੇ ਕੋਈ ਖੋਟ ਹੀ ਨਹੀਂ। ਕਿਉਂਕਿ ਚਤੁਰਾਈਆਂ ਵਾਲੇ ਵੀ ਗੁਰੂ ਨੂੰ ਪਤਾ ਨੇ, ਚਲਾਕੀਆਂ ਵਾਲੇ ਵੀ ਉਹਨੂੰ ਪਤਾ ਨੇ, ਤੇ ਭੋਲਿਆਂ ਦੇ ਉੱਤੇ ਰਿਝਦਾ। ਤੇ ਹਜ਼ੂਰ ਆਖਦਾ ਭੋਲੇ ਭਾਏ ਮਿਲੇ ਰਘੁਰਾਇਆ, ਭੋਲੇਪਨ ਦੇ ਵਿੱਚ ਆ ਕੇ ਉਹ ਜਿਹੜਾ ਪਰਮਾਤਮਾ ਹੈ ਉਹ ਪ੍ਰਾਪਤ ਹੁੰਦਾ। ਤੇ ਹਜ਼ੂਰ ਆਖਦੀ ਜਦੋਂ ਮਨ ਦੇ ਵਿੱਚੋਂ ਫਿਰ ਮੈਲ ਨਿਕਲ ਜਾਂਦੀ, ਅੰਤਰਗਤ ਤੀਰਥ ਮਲ ਨਹਾਓ, ਉਸ ਤੀਰਥ ਦੇ ਉੱਤੇ ਇਸ਼ਨਾਨ ਕਰ ਲਿਆ, ਮਨ ਸ਼ੁੱਧ ਹੋ ਗਿਆ, ਫਿਰ ਹਉਮੈ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਫਿਰ ਇਹ ਆਖਦਾ ਸਭ ਗੁਣ ਤੇਰੇ ਮੈਂ ਨਾਹੀ ਕੋਈ, ਮੇਰੇ ਕੋਲ ਤੇ ਕੋਈ ਗੁਣ ਹੀ ਨਹੀਂ ਪਰਮਾਤਮਾ, ਮੇਰੇ ਕੋਲ ਕੀ ਸਮਰਥ ਹੈ ਮੈਂ ਤੈਨੂੰ ਚੇਤੇ ਕਰਾਂ ਜਾਂ ਤੇਰੀ ਵਡਿਆਈ ਕਰਾਂ, ਸਾਰੇ ਗੁਣ ਤੇਰੇ ਨੇ। ਤੇਰੀ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ, ਤੂੰ ਤੇ ਬੜਾ ਉੱਚਾ ਹੈ, ਭਗਵਾਨ ਹੈ। ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰਾਂ, ਤੂੰ ਤੇ ਗੁਣਾਂ ਦਾ ਖਜ਼ਾਨਾ ਹੈ, ਕਿਸੇ ਗਿਣਤੀ ਦੇ ਵਿੱਚ ਨਹੀਂ ਆਉਂਦਾ, ਮੈਂ ਮੁਖ ਤੋਂ ਤੇਰੇ ਗੁਣਾਂ ਨੂੰ ਗਾਵਾਂ। ਇਸ ਕਰਕੇ ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਹੁਣ ਇਹ ਵੀ ਹਜ਼ੂਰ ਆਖਦੇ ਇੱਕ ਬੜਾ ਵੱਡਾ ਸਵਾਲ ਹੈ। ਹੁਣ ਕਈਆਂ ਦੇ ਹਿੱਸੇ ਕੋਈ ਆਖਦੇ ਵੀ ਇਹ ਵਡਿਆਈ ਪ੍ਰਾਪਤ ਹੋਈ ਹੈ, ਗੁਰੂ ਦੀ ਸੇਵਾ ਹੈ, ਜਿਹੜੀ ਗੁਰੂ ਘਰ ਦੀ ਸੇਵਾ ਪ੍ਰਾਪਤ ਹੋਈ ਹੈ, ਇਹ ਵੀ ਗੁਰੂ ਤੁਧ ਭਾਵੇ ਤਾਂ ਨਾਮ ਜਪਾਵੇ, ਜੇ ਉਹਨੂੰ ਚੰਗਾ ਲੱਗਦੇ ਤਾਂ ਨਾਮ ਜਪਿਆ ਜਾਂਦਾ, ਤਾਂ ਉਹਦੀ ਜਿਹੜੀ ਵਡਿਆਈ ਹੁੰਦੀ ਹੈ। ਨਹੀਂ ਤੇ ਹਜ਼ੂਰ ਆਖਦੇ ਵਿਣ ਗੁਣ ਕੀਤੇ ਭਗਤ ਨਾ ਹੋਏ, ਵਿਣ ਗੁਣ ਕੀਤੇ, ਇਹ ਭਗਤੀ ਵਾਲੇ ਜਿਹੜੇ ਗੁਣ ਹਨ ਜੇ ਮਨੁੱਖ ਅੰਦਰ ਉਹ ਪਰਮਾਤਮਾ ਨੇ ਪੈਦਾ ਕੀਤੇ ਨੇ ਤਾਂ ਉਹਦੀ ਭਗਤੀ ਹੋਣੀ ਹੈ। ਜੇ ਇਹ ਗੁਣ ਹੀ ਉਹਦੇ ਵੱਲੋਂ ਬਖਸ਼ਿਸ਼ ਹੀ ਨਾ ਹੋਈ, ਨਹੀਂ ਤੇ ਅਸੀਂ ਸੁੱਤੇ ਰਹਿੰਦੇ ਹਾਂ, ਸਵੇਰੇ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਹੁੰਦੀ, 8-8 9-9 ਵਜੇ ਅਸੀਂ ਬਿਸਤਰੇ ਦੇ ਉੱਤੇ ਹੁੰਦੇ ਹਾਂ। ਜਿਨ੍ਹਾਂ ਦੇ ਹਿੱਸੇ ਆਉਂਦੇ ਉਹ 4 ਵਜੇ ਖੜੇ ਹੋ ਜਾਂਦੇ ਨੇ, ਆਵਾਜ਼ ਪੈ ਜਾਂਦੀ ਹੈ ਵੀ ਉੱਠ ਅੰਮ੍ਰਿਤ ਵੇਲਾ ਹੋ ਗਿਆ, ਆਪਣੇ ਆਪ ਅੱਖ ਖੁੱਲ ਜਾਵੇਗੀ। ਜਿਨ੍ਹਾਂ ਨੂੰ ਉਹੀ ਭਗਤੀ ਵਾਲਾ ਜਿਹੜਾ ਗੁਣ ਹੈ ਜੋ ਰੱਖ ਦੇ ਪ੍ਰਾਪਤ ਹੋਇਆ, ਸਵਸਤ ਆਤ ਬਾਣੀ ਬਰਮਾਓ, ਹਜ਼ੂਰ ਆਖਦੀ ਜੈ ਹੋਵੇ ਤੇ ਸਵਸਤ ਆਤ, ਜਿੰਨੀ ਵੀ ਤੇਰੀ ਅੱਜ ਜੈ ਜੈਕਾਰ ਹੋ ਰਹੀ ਹੈ, ਜਿੰਨਾ ਵੀ ਤੇਰਾ ਨਾਮ ਕੀਤਾ ਜਾ ਰਿਹਾ ਹੈ, ਆਤ ਬਾਣੀ ਜਿੰਨੀ ਵੀ ਬਾਣੀ ਹਜ਼ੂਰ ਆਖਦੀ ਤੂੰ ਸਦਾ ਅਟਲ ਰਹੀ, ਭਾਵ ਮੈਂ ਤੇਰਾ ਹੀ ਆਸਰਾ ਲੈਂਦਾ ਹਾਂ। ਸਵਸਤ ਬਾਣ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਸੱਚਾ ਤੇ ਸੋਹਣਾ, ਸੁਹਾਣ ਦਾ ਅਰਥ ਹੈ ਸੋਹਣਾ, ਸਦਾ ਮਨ ਚਾਓ। ਇਸ ਪਰਮਾਤਮਾ ਦੇ ਨਾਮ ਦਾ ਸੱਚਾ ਤੇ ਸੋਹਣਾ ਜਿਹੜਾ ਖਿੜਾ ਹੈ, ਸਦਾ ਮਨ ਦੇ ਵਿੱਚ ਇਹ ਚਾਹ ਪੈਦਾ ਕਰਦੇ, ਹਮੇਸ਼ਾ ਮਨ ਦੇ ਵਿੱਚ ਇਹ ਚਾਹ ਹੈ ਬਣਿਆ ਰਹਿੰਦਾ ਕਿ ਮੈਂ ਉਸ ਪਰਮਾਤਮਾ ਨੂੰ ਚੇਤੇ ਕਰਾਂ। ਜਦੋਂ ਅੰਦਰੋਂ ਪ੍ਰੇਮ ਪੈਦਾ ਹੋ ਗਿਆ, ਆਖਿਆ ਨੇ ਹਜ਼ੂਰ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ, ਜਦੋਂ ਮੰਨ ਕੇ ਪਿਆਰ ਕਰਨਾ ਸ਼ੁਰੂ ਹੋ ਗਿਆ, ਫਿਰ ਇਹ ਵਾਲੇ ਗੁਣ ਹਜ਼ੂਰ ਆਖਦੇ ਆਉਣੇ ਸ਼ੁਰੂ ਹੋ ਜਾਂਦੇ ਨੇ। ਫਿਰ ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਤ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਸਾਰਾ ਕੁਝ ਫਿਰ ਸੋਹਣਾ ਲੱਗਣ ਸ਼ੁਰੂ ਹੋ ਜਾਂਦਾ, ਫਿਰ ਆਪਣੇ ਆਪ ਅੰਮ੍ਰਿਤ ਵੇਲੇ ਵੀ ਉੱਠਦਾ, ਗੁਰੂ ਦੀ ਦਰ ਤੇ ਵੀ ਆਉਂਦਾ, ਗੁਰੂ ਦੀ ਬਾਣੀ ਨੂੰ ਵੀ ਪੜ੍ਹਦਾ, ਸੇਵਾ ਵੀ ਕਰਦਾ, ਤੇ ਉਸ ਵੇਲੇ ਫਿਰ ਹਜ਼ੂਰ ਆਖਦੀ ਫਿਰ ਇਹ ਜਿਹੜੇ ਵਿਕਾਰ ਹਨ ਇਹਨਾਂ ਦੇ ਵੱਲੋਂ ਪ੍ਰਾਮ ਹੋ ਜਾਂਦਾ, ਇਹਨਾਂ ਦੇ ਵੱਲੋਂ ਕਿਨਾਰਾ ਕਰ ਲੈਂਦਾ ਮਨੁੱਖ। ਤੇ ਹਜ਼ੂਰ ਆਖਦੀ ਫਿਰ ਇਸ ਤੋਂ ਅੱਗੇ ਹਜ਼ੂਰ ਆਖਦੇ ਨੇ ਕਿ ਉਸ ਪਰਮਾਤਮਾ ਦੀ ਜਿਹੜੀ ਵਡਿਆਈ ਹੈ, ਜੇ ਤੂੰ ਆਪਣੇ ਗੁਣ ਮੇਰੇ ਵਿੱਚ ਪੈਦਾ ਨਾ ਕਰੇ, ਜੇ ਉਹ ਗੁਣ ਪੈਦਾ ਹੀ ਨਾ ਕਰੇ, ਹਜ਼ੂਰ ਆਖਦੀ ਤਾਂ ਮੈਥੋਂ ਤੇਰੀ ਜਿਹੜੀ ਭਗਤੀ ਹੈ ਨਹੀਂ ਹੋ ਸਕਦੀ। ਵਿਣ ਗੁਣ ਕੀਤੇ ਭਗਤ ਨਾ ਹੋਏ, ਉਹਦੇ ਗੁਣਾਂ ਤੋਂ ਬਿਨਾਂ ਜੇ ਗੁਣ ਪੈਦਾ ਕਰਦੇ ਤੇ ਉਹਦੀ ਭਗਤੀ ਹੁੰਦੀ ਹੈ। ਹਜ਼ੂਰ ਆਖਦੀ ਮੇਰੀ ਕੋਈ ਬੰਦੇ ਦੀ ਕੋਈ ਸਮਰੱਥਾ ਹੀ ਨਹੀਂ, ਕੋਈ ਆਖੇ ਮੈਂ ਇਹ ਕਰਿਆ, ਕਹਿੰਦੇ ਨਹੀਂ ਤੂੰ ਕਰ ਹੀ ਨਹੀਂ ਸਕਦਾ। ਜਿੰਨਾ ਚਿਰ ਤੱਕ ਗੁਰੂ ਨੇ ਬਖਸ਼ਿਸ਼ ਨਹੀਂ ਕੀਤੀ, ਗੁਰੂ ਨੇ ਸਮਰੱਥਾ ਹੀ ਨਹੀਂ ਬਖਸ਼ੀ, ਉਹਨਾਂ ਚਿਰ ਤੱਕ ਤੂੰ ਕੁਝ ਨਹੀਂ ਕਰ ਸਕਦਾ। ਤੇ ਉਸ ਪਰਮਾਤਮਾ ਦੇ ਦੁਆਰਾ ਕੀਤੇ ਹੋਏ ਨੂੰ ਬੰਦਾ ਹਮੇਸ਼ਾ ਨਮਸਕਾਰ ਕਰਦੇ, ਉਹਨੂੰ ਜੈਕਾਰ ਕਰਦੇ, ਪਰਮਾਤਮਾ ਤੇਰੇ ਕਰਕੇ ਹੋਇਆ, ਤੇਰੀ ਜੈ ਜੈਕਾਰ ਹੈ, ਤੂੰ ਹੀ ਸਭ ਕੁਝ ਕਰਵਾਉਣ ਵਾਲਾ ਹੈ। ਹਜ਼ੂਰ ਅੱਗੇ ਆਖਦੇ ਨਹੀਂ ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸੋ ਵੇਲਾ ਕਿਹੜਾ ਉਹ ਸਮਾਂ ਸੀ, ਵਕਤ ਕਵਣ ਕਿੰਨਾ ਟਾਈਮ ਸੀ, ਕਵਣ ਥਿਤ ਕਿਹੜੀ ਥਿਤੀ ਸੀ, ਕਵਣ ਵਾਰ, ਵਾਰ ਦਾ ਅਰਥ ਹੈ ਦਿਨ, ਕਿਹੜਾ ਦਿਨ ਸੀ, ਕਵਣ ਸੇ ਰੁੱਤੀ ਕਿਹੜੀ ਰੁੱਤ ਸੀ, ਮਾਹ ਕਵਣ ਕਿਹੜਾ ਮਹੀਨਾ ਸੀ, ਜਿਤ ਹੋਆ ਆਕਾਰ ਜਦੋਂ ਇਹ ਸ੍ਰਿਸ਼ਟੀ ਦੀ ਜਿਹੜੀ ਹੋਂਦ ਹੈ ਇਹਦੀ ਰਚਨਾ ਹੋਈ, ਇਹ ਸ੍ਰਿਸ਼ਟੀ ਹੋਂਦ ਦੇ ਵਿੱਚ ਆਈ, ਉਦੋਂ ਕਿਹੜਾ ਵੇਲਾ ਸੀ, ਕਿਹੜਾ ਸਮਾਂ ਸੀ,
ਕਿਹੜੀ ਤਰੀਕ ਸੀ, ਕਿਹੜਾ ਦਿਨ ਸੀ, ਕਿਹੜੀ ਰੁੱਤ ਸੀ ਤੇ ਕਿਹੜਾ ਮਹੀਨਾ ਸੀ ਜਿਤ ਹੋਆ ਆਕਾਰ। ਹਜ਼ੂਰ ਤੇ ਇਹੀ ਆਖਦੇ ਨੇ ਵੀ ਕਿਉਂਕਿ ਜਦੋਂ ਇਹ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਉਦੋਂ ਹਜ਼ੂਰ ਨੇ ਸਿਰਫ ਇੱਕੋ ਸ਼ਬਦ ਮੁਖ ਤੋਂ ਆਖਿਆ, ਕੀਤਾ ਪਸਾਓ ਏਕੋ ਕਵਾਓ ਜਿਸ ਤੇ ਹੋਈ ਲੱਖ ਦਰਿਆਓ। ਇੱਕੋ ਸ਼ਬਦ ਬੋਲਿਆ, ਸ੍ਰਿਸ਼ਟੀ ਦੀ ਜਿਹੜੀ ਰਚਨਾ ਹੈ ਉਹ ਚੱਲ ਪਈ, ਸ੍ਰਿਸ਼ਟੀ ਦੀ ਜਿਹੜੀ ਕਾਰ ਹੈ ਉਹ ਹੋਣੀ ਸ਼ੁਰੂ ਹੋ ਗਈ। ਹਜ਼ੂਰ ਆਖਦੇ ਇਸ ਕਰਕੇ ਹਜ਼ੂਰ ਸਮਝਾਉਣ ਦਾ ਯਤਨ ਕਰਦੇ ਨੇ ਵੀ ਇਸ ਗੱਲ ਦਾ, ਇਹ ਤੇ ਹਜ਼ੂਰ ਨੇ ਮੋਹਰ ਲਾਈ ਹੈ ਵੀ ਕੀਤਾ ਵਸਾਓ ਇੱਕੋ ਕਵਾਓ, ਪਰ ਇਹ ਸ੍ਰਿਸ਼ਟੀ ਦੀ ਜਿਹੜੀ ਰਚਨਾ ਹੋਈ ਹੈ ਹਜ਼ੂਰ ਆਖਦੇ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਇਸ ਵੇਲੇ ਦਾ ਜਿਹੜੇ ਪੰਡਤ ਲੋਕ ਹਨ, ਵਿਦਵਾਨ ਲੋਕ ਹਨ, ਪੰਡਤ ਦਾ ਅਰਥ ਉਹ ਨਹੀਂ ਵੀ ਜਿਹੜਾ ਮੰਦਰ ਦੇ ਵਿੱਚ ਬੈਠਾ ਹੈ ਮੱਥੇ ਤੇ ਤਿਲਕ ਲਾ ਕੇ, ਪੰਡਤ ਦਾ ਅਰਥ ਜਿਹੜਾ ਵਿਦਵਾਨ, ਜਿਹੜਾ ਪੜ੍ਹਿਆ ਲਿਖਿਆ ਬੰਦਾ। ਵੇਲ ਨਾ ਪਾਈਆ ਪੰਡਤੀ, ਇਸ ਗੱਲ, ਇਸ ਲੇਖੇ ਦਾ, ਵੇਲੇ ਦਾ ਪੰਡਤਾਂ ਨੂੰ ਵੀ ਨਹੀਂ ਪਤਾ ਲੱਗਿਆ, ਗਿਆਨਵਾਨ ਮਨੁੱਖਾਂ ਨੂੰ ਵੀ ਪਤਾ ਨਹੀਂ ਲੱਗਿਆ। ਜੇ ਕਿਤੇ ਉਹਨਾਂ ਨੂੰ ਪਤਾ ਲੱਗ ਜਾਂਦਾ, ਜੇ ਹੋਵੇ ਲੇਖ ਪੁਰਾਣ, ਉਹਨਾਂ ਨੇ ਪੁਰਾਣ ਲਿਖ ਮਾਰਨੇ ਸਨ, ਐਡੇ ਐਡੇ ਗ੍ਰੰਥ ਲਿਖ ਮਾਰਨੇ ਸਨ ਵੀ ਐਵੇਂ ਸ੍ਰਿਸ਼ਟੀ ਬਣੀ, ਐਵੇਂ ਹੋਇਆ। ਪਰ ਇਸ ਗੱਲ ਦਾ ਤੇ ਕਿਸੇ ਨੂੰ ਪਤਾ ਹੀ ਨਹੀਂ ਵੀ ਸ੍ਰਿਸ਼ਟੀ ਹੋਂਦ ਕਿੱਦਾਂ ਆਈ, ਕਿੱਦਾਂ ਉਹ ਸ੍ਰਿਸ਼ਟੀ ਦਾ ਆਕਾਰ ਬਣਿਆ। ਤੇ ਇਸ ਤੋਂ ਬਾਅਦ ਹਜ਼ੂਰ ਆਖਦੇ ਨੇ ਵਕਤ ਨਾ ਪਾਇਓ ਕਾਦੀਆਂ, ਜਿਹੜੇ ਕਾਜੀ ਲੋਕ ਹਨ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਿਆ। ਜੇ ਕਿਤੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਸ੍ਰਿਸ਼ਟੀ ਇੱਦਾਂ ਬਣੀ, ਜੇ ਲਿਖਣ ਲੇਖ ਪੁਰਾਣ, ਉਹਨਾਂ ਨੇ ਆਪਣੇ ਕੁਰਾਨ ਲਿਖ ਮਾਰਨੇ ਸੀ। ਜੇ ਹਿੰਦੂ ਮਤ ਦੇ ਅਨੁਸਾਰ ਪੰਡਤਾਂ ਨੂੰ ਪਤਾ ਲੱਗਦਾ ਤੇ ਉਹਨਾਂ ਨੇ ਆਪਣੇ ਜਿਹੜੇ ਪੁਰਾਣ ਗ੍ਰੰਥ ਹਨ ਉਹਨਾਂ ਨੂੰ ਲਿਖਣਾ ਸੀ। ਤੇ ਜੇ ਕਹਿੰਦੇ ਕਾਜ਼ੀਆਂ ਨੂੰ ਪਤਾ ਲੱਗ ਜਾਂਦਾ, ਮੁਸਲਮਾਨ ਲੋਕਾਂ ਨੂੰ ਪਤਾ ਲੱਗ ਜਾਂਦਾ, ਤੇ ਉਹਨਾਂ ਨੇ ਕੁਰਾਨ ਹਨ ਜਿਹੜੇ ਉਹ ਲਿਖ ਮਾਰਨੇ ਸਨ। ਇੰਨੇ ਗ੍ਰੰਥ ਸਾਡੇ ਸਾਹਮਣੇ ਉਹਨਾਂ ਨੇ ਪੇਸ਼ ਕਰ ਦੇਣੇ ਸੀ ਵੀ ਸਾਨੂੰ ਪਤਾ ਹੀ ਨਾ ਲੱਗਦਾ ਵੀ ਕਿਸ ਤਰੀਕੇ ਦੇ ਦੁਆਰਾ ਉਸ ਪਰਮਾਤਮਾ ਦੀ ਜਿਹੜੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ। ਇਸ ਕਰਕੇ ਹਜ਼ੂਰ ਆਖਦੇ ਉਸ ਪਰਮਾਤਮਾ ਨੇ ਜਿਹੜੀ ਸ੍ਰਿਸ਼ਟੀ ਦਾ ਵਹਿਣ ਜਿਹੜਾ ਸ਼ੁਰੂ ਕੀਤਾ ਹੈ ਇਹਦੇ ਬਾਰੇ ਉਹ ਆਪ ਹੀ ਜਾਣਦਾ। ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਹਜ਼ੂਰ ਆਖਦੇ ਇਹ ਵਾਲੀ ਗੱਲ ਹੈ। ਤੇ ਇਸ ਤੋਂ ਅੱਗੇ ਹਜ਼ੂਰ ਆਖਦੇ ਨੇ ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ। ਹੁਣ ਜਿਹੜੀਆਂ ਥਿੱਤਾਂ ਤੇ ਵਾਰ ਹਨ, ਥਿੱਤਾਂ ਦਾ ਅਰਥ ਹੈ ਤਰੀਕਾ, ਵਾਰ ਦਾ ਅਰਥ ਹੈ ਦਿਨ। ਨਾ ਜੋਗੀ ਜਾਣੇ, ਇਹਨਾਂ ਦੀ ਵਿਚਾਰ ਹੈ ਜਿਹੜੀ ਨਾ ਥਿੱਤਾਂ ਦੇ ਬਾਰੇ ਨਾ ਦਿਨਾਂ ਦੇ ਬਾਰੇ। ਜੋਗੀ ਲੋਕ ਹਨ ਜਿਹੜਾ ਤੀਜਾ ਫਿਰਕਾ ਆਇਆ, ਕਿਉਂਕਿ ਇਹ ਹੀ ਉਸ ਸਮੇਂ ਪ੍ਰਚਲਿਤ ਸਨ। ਹਿੰਦੂ ਮਤ ਸੀ, ਮੁਸਲਮਾਨ ਸੀ ਤੇ ਜੋਗ ਮਤ ਸੀ। ਉਸ ਤੋਂ ਬਾਅਦ ਹੈ ਜਿਹੜਾ ਸਿੱਖ ਧਰਮ ਦੀ ਜਿਹੜੀ ਹੈ ਨੀਂਹ ਰੱਖੀ ਜਾਂਦੀ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦੁਆਰਾ। ਤੇ ਹਜ਼ੂਰ ਆਖਦੇ ਵੀ ਤੀਸਰਾ ਫਿਰਕਾ ਆਉਂਦਾ ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ। ਨਾ ਤੇ ਉਹਨਾਂ ਨੂੰ ਕਿਸੇ ਰੁੱਤ ਦਾ ਪਤਾ ਹੈ, ਨਾ ਉਹਨਾਂ ਨੂੰ ਕਿਸੇ ਮਹੀਨੇ ਦਾ ਪਤਾ ਹੈ, ਨਾ ਤਰੀਕ ਦਾ ਤੇ ਨਾ ਦਿਨ ਦਾ। ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਈ। ਜਾਂ ਕਰਤਾ, ਜਿਹੜਾ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਕਰਤਾ ਉਹ ਅਕਾਲ ਪੁਰਖ, ਕਰਤਾ ਪੁਰਖ ਹੈ ਜਿਹਨੇ ਇਸ ਸ੍ਰਿਸ਼ਟੀ ਨੂੰ ਬਣਾਇਆ ਤੇ ਇਹਦੇ ਵਿੱਚ ਆਪ ਅਲੋਪ ਹੋ ਕੇ ਬੈਠਾ ਹੈ। ਗੁਪਤ ਰੂਪ ਦੇ ਵਿੱਚ ਇਸ ਸ੍ਰਿਸ਼ਟੀ ਦੇ ਵਿੱਚ ਸਾਰਿਆਂ ਦੇ, ਅਸੀਂ ਆਖਦੇ ਹਾਂ ਨਾ ਵੀ ਸਾਰੀ ਸ੍ਰਿਸ਼ਟੀ ਕਿੱਦਾਂ ਚੱਲ ਰਹੀ ਹੈ। ਜੋ ਕਿਸ ਪਾਇਆ ਸੋ ਏਕਾ ਵਾਰ, ਇੱਕੋ ਵਾਰ ਸ੍ਰਿਸ਼ਟੀ ਦੇ ਵਿੱਚ ਉਹਨੇ ਜਿਹੜਾ ਬੀਜ ਬੀਜਿਆ, ਕਿਵੇਂ ਜੰਗਲ ਹਨ ਆਪਣੇ ਆਪ ਪੈਦਾ ਹੋ ਰਹੇ ਨੇ, ਕਿਵੇਂ ਪਾਣੀ ਹੈ ਆਪਣੇ ਆਪ ਪੈਦਾ ਹੋ ਰਿਹਾ ਹੈ। ਇਸ ਤਰ੍ਹਾਂ ਜੋ ਵੀ ਸੰਸਾਰ ਦੀ ਕਾਰ ਹੈ ਇੱਕ ਤੋਂ ਬਾਅਦ ਇੱਕ ਆਪਣੇ ਆਪ ਪੈਦਾ ਹੋ ਰਹੀ ਹੈ। ਸਿਰਫ ਇੱਕ ਵਾਰ ਉਹਨੇ ਇੱਕ ਬੀਜ ਬੀਜਿਆ। ਸਾਡੀ ਰਸੋਈ ਦੇ ਵਿੱਚੋਂ ਅਸੀਂ ਰਾਸ਼ਨ ਹਰ ਮਹੀਨੇ ਨਵਾਂ ਪਾਉਂਦੇ ਹਾਂ। ਹਰ ਮਹੀਨੇ ਸਾਡੀ ਰਸੋਈ ਹੈ ਜਿਹੜੀ ਖਾਲੀ ਹੋ ਜਾਂਦੀ ਹੈ, ਸਾਨੂੰ ਉਹਨੂੰ ਭਰਨਾ ਪੈਂਦਾ ਹੈ। ਪਰ ਉਸ ਪਰਮਾਤਮਾ ਦੀ ਕਿੱਡੀ ਵੱਡੀ ਰਸੋਈ ਹੈ ਜਿਹੜੀ ਸਦੀਆਂ ਤੋਂ ਚੱਲਦੀ ਆ ਰਹੀ ਹੈ ਤੇ ਸਦੀਆਂ ਤੱਕ ਚੱਲਦੀ ਰਹਿਣੀ, ਕਦੇ ਮੁੱਕਣੀ ਨਹੀਂ। ਹਜ਼ੂਰ ਆਖਦੇ ਇਸ ਕਰਕੇ ਜਾ ਕਰਤਾ ਸਿਰਠੀ ਕੋ ਸਾਜੇ। ਸਿਰਠੀ ਦਾ ਅਰਥ ਹੈ ਸ੍ਰਿਸ਼ਟੀ। ਅਸੀਂ ਅਕਸਰ ਬਾਣੀ ਦੇ ਵਿੱਚ ਜਾਪ ਕਰਦੇ ਹਾਂ, ਇਸ ਸ੍ਰਿਸ਼ਟੀ ਨੂੰ ਵੀ ਸ੍ਰਿਸ਼ਟੀ ਪੜ੍ਹ ਦਿੰਦੇ ਹਾਂ, ਪਰ ਇਹਦੇ ਅਰਥ ਸ੍ਰਿਸ਼ਟੀ ਹੀ ਹੈ, ਪਰ ਜਿਹੜਾ ਉਚਾਰਨ ਹੈ ਉਹ ਸਿਰਠੀ ਕਰਨਾ ਹੈ। ਹਜ਼ੂਰ ਆਖਦੇ ਜਾ ਕਰਤਾ, ਜਿਹੜਾ ਕਰਤਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਸਿਰਠੀ ਕੋ ਸਾਜੇ, ਸ੍ਰਿਸ਼ਟੀ ਨੂੰ ਜਿਹਨੇ ਬਣਾਇਆ ਹੈ ਉਸ ਨੂੰ ਸਾਜਿਆ, ਆਪੇ ਜਾਣੇ ਸੀ, ਆਪਣੇ ਲੇਖੇ ਨੂੰ ਆਪੇ ਜਾਣ ਸਕਦਾ ਹੈ। ਅਸੀਂ ਉਹਦੇ ਬਾਰੇ ਅੰਦਾਜ਼ਾ ਨਹੀਂ ਲਾ ਸਕਦੇ ਵੀ ਕਿਵੇਂ ਉਹ ਇਸ ਸੰਸਾਰ ਨੂੰ ਚਲਾ ਰਿਹਾ ਹੈ, ਕਿਵੇਂ ਇਸ ਸੰਸਾਰ ਦੀ ਕਾਰ ਹੋ ਰਹੀ ਹੈ। ਇਸ ਬਾਰੇ ਉਹ ਪਰਮਾਤਮਾ ਖੁਦ ਜਾਣਦਾ ਵੀ ਕਦੋਂ ਉਹਦੀ ਰਚਨਾ ਕੀਤੀ, ਕਦੋਂ ਉਹਨੇ ਇਸ ਨੂੰ ਬਣਾਇਆ ਤੇ ਕਿਵੇਂ ਦਾ ਉਹਨੇ ਬੀਜ ਇਹਦੇ ਵਿੱਚ ਬੀਜਿਆ ਤੇ ਕਿਦੋਂ ਤੱਕ ਇਹ ਜਿਹੜੀ ਰਸੋਈ ਹੈ ਉਹਦੀ ਬਣਾਈ ਹੋਈ ਸ੍ਰਿਸ਼ਟੀ ਹੈ ਜਿਹੜੀ ਚੱਲਦੀ ਰਹਿਣੀ ਹੈ। ਹਜ਼ੂਰ ਆਖਦੇ ਕਿਵ ਕਰ ਆਖਾਂ ਕਿਵ ਸਾ ਲਾਹੀ, ਕਿਉਂ ਵਰਣੀ ਕਿਵ ਜਾਣਾ। ਕਿਵ ਕਰ, ਕਿਸ ਤਰੀਕੇ ਦੇ ਨਾਲ ਮੈਂ ਬਿਆਨ ਕਰਾਂ, ਕਿਵ ਸਾ ਲਾਹੀ, ਕਿਵੇਂ ਉਹਦੀ ਸਲਾਹਨਾ ਕਰਾਂ।
ਇੰਨਾ ਪਸਾਰਾ ਉਹਦਾ ਵੇਖਦਾ ਮੇਰੇ ਕੋਲ ਤੇ ਸ਼ਬਦ ਖਤਮ ਹੋ ਜਾਂਦੇ ਨੇ। ਮੈਂ ਕਿਵੇਂ ਪਰਮਾਤਮਾ ਦੀਆਂ ਜਿਹੜੀਆਂ ਵਡਿਆਈਆਂ ਹਨ ਉਹਨਾਂ ਦਾ ਅੰਦਾਜ਼ਾ ਲਾਵਾਂ, ਕਿਉਂ ਵਰਣੀ, ਕਿਵ ਜਾਣਾ, ਕਿਵੇਂ ਵਰਣਨ ਕਰਾਂ, ਕਿਵੇਂ ਉਹਦੇ ਲੇਖੇ ਦਾ ਅੰਤ ਪਾਵਾਂ, ਉਹਨੂੰ ਜਾਣਾ ਵੀ ਹਾਂ ਪਰਮਾਤਮਾ ਤੂੰ ਕਿੱਡਾ ਕੁ ਹੈ, ਕਿਵੇਂ ਦਾ ਹੈ, ਕਿਵੇਂ ਤੂੰ ਇਸ ਸ੍ਰਿਸ਼ਟੀ ਨੂੰ ਬਣਾਇਆ, ਕਿਵੇਂ ਮੈਂ ਜਾਣ ਸਕਦਾ, ਮੇਰੀ ਤੇ ਕੋਈ ਉਪਾਏ ਨਹੀਂ। ਹਜ਼ੂਰ ਆਖਦੇ ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਹੀ ਨਾਨਕ ਆਖਦੇ ਵੀ ਆਖਣ ਨੂੰ ਤੇ ਸਭ ਕੋਈ ਆਖਦਾ ਵੀ ਮੈਂ ਉਹਦੀ ਸ੍ਰਿਸ਼ਟੀ ਦੀ ਵਿਚਾਰ ਕਰ ਲਵਾਂ। ਕਿੰਨੇ ਲੋਕਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ, ਜਪਜੀ ਸਾਹਿਬ ਜੀ ਦੀ ਬਾਣੀ ਦੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਨੀ ਹੈ। ਕਿੰਨਿਆਂ ਨੇ ਉਹਦੇ ਉੱਤੇ ਲੇਖ ਲਿਖੇ ਨੇ, ਕਿੰਨਿਆਂ ਨੇ ਗ੍ਰੰਥ ਲਿਖੇ ਨੇ, ਕਿਤਾਬਾਂ ਛਾਪੀਆਂ ਗਈਆਂ, ਪਰ ਅਜੇ ਵੀ ਉਹਦੇ ਲੇਖੇ ਦਾ ਅੰਦਾਜ਼ਾ ਨਹੀਂ। ਅਜੇ ਵੀ ਉਹ ਜਿਹੜਾ ਲੇਖਾ ਹੈ ਲਿਖਿਆ ਜਾ ਰਿਹਾ ਹੈ, ਹਰ ਇੱਕ ਆਪਣੇ ਆਪਣੇ ਤਰੀਕੇ ਦੇ ਨਾਲ ਉਸ ਵਿਚਾਰ ਨੂੰ ਕਰਦਾ ਜਾ ਰਿਹਾ ਹੈ। ਉਸ ਵਿਚਾਰ ਨੂੰ ਅੱਗੇ ਦੀ ਅੱਗੇ ਜਿਵੇਂ ਕਿਸੇ ਨੂੰ ਗਿਆਨ ਹੁੰਦਾ ਹੈ, ਜਿਵੇਂ ਕਹਿ ਲਓ ਵੀ ਜਿੰਨਾ ਡੂੰਘਾ ਸਮੁੰਦਰ ਹੈ, ਜਿੰਨੀ ਡੂੰਘੀ ਕੋਈ ਉਹਦੇ ਵਿੱਚ ਚੁੱਭੀ ਮਾਰਦਾ ਉਨੇ ਹੀ ਉਹਨੂੰ ਹੀਰੇ ਮੋਤੀ ਹਨ ਜਿਹੜੇ ਪ੍ਰਾਪਤ ਹੁੰਦੇ ਨੇ। ਉਸੇ ਤਰ੍ਹਾਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮੁੰਦਰ ਰੂਪ ਹਨ। ਜਿੰਨੀ ਡੂੰਘੀ ਕੋਈ ਇਹਦੇ ਵਿੱਚ ਵਿਚਾਰ ਲੈ ਕੇ ਜਿਹੜਾ ਹੈ ਚੁੱਭੀ ਮਾਰਦਾ, ਉਵੇਂ ਦੇ ਉਹਨੂੰ ਵਿਚਾਰਾਂ ਦੇ ਜਿਹੜੇ ਹੀਰੇ ਮੋਤੀ ਹਨ ਉਹ ਪ੍ਰਾਪਤ ਹੁੰਦੇ ਹਨ। ਹਜ਼ੂਰ ਆਖਦੇ ਇੱਕ ਨੂੰ ਇੱਕ ਸਿਆਣਾ, ਇੱਕ ਤੋਂ ਇੱਕ ਸਿਆਣਾ ਬੰਦਾ ਉਹਦੀ ਲੇਖੀ ਦੀ ਵਿਚਾਰ ਕਰਨ ਦੇ ਵਾਸਤੇ ਤਤਪਰ ਹੈ। ਹਰ ਕੋਈ ਆਖਦੇ ਮੈਂ ਉਹਨੂੰ ਅੰਤ ਪਾ ਲਵਾਂ, ਪਰ ਅਖੀਰ ਤੇ ਹੱਥ ਖੜੇ ਕਰ ਜਾਂਦਾ ਹੈ। ਹਜ਼ੂਰ ਆਖਦੇ ਇਹੀ ਆਖਦੇ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ। ਵੱਡਾ ਸਾਹਿਬ ਉਹ ਪਰਮਾਤਮਾ ਬਹੁਤ ਵੱਡਾ ਹੈ। ਇਹ ਅਖੀਰਲੇ ਸ਼ਬਦ ਨੇ ਬੰਦਾ ਵੱਡੀ ਨਾਈ, ਨਾਈ ਦਾ ਅਰਥ ਹੈ ਵਡਿਆਈ, ਉਹਦੀ ਵਡਿਆਈ ਬੜੀ ਵੱਡੀ ਹੈ। ਕੀਤਾ ਜਾ ਕਾ ਹੋਵੇ, ਜਿਹੜਾ ਕੁਝ ਕੀਤਾ ਹੈ ਉਸ ਪਰਮਾਤਮਾ ਦਾ ਹੀ ਕੀਤਾ ਹੋਇਆ ਹੈ, ਕੋਈ ਹੋਰ ਉਸ ਦੇ ਲੇਖੇ ਦੀ ਵਿਚਾਰ ਨਹੀਂ ਕਰ ਸਕਦਾ। ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ। ਜੇ ਕੋਈ ਆਖੇ ਵੀ ਮੈਂ ਉਸ ਨੂੰ ਜਾਣ ਲਿਆ, ਮੈਂ ਉਸ ਨੂੰ ਸਮਝ ਲਿਆ, ਅੱਗੇ ਕਹਿੰਦੇ ਉਹਦੀ ਵਡਿਆਈ ਨਹੀਂ, ਅੱਗੇ ਗਿਆ ਨਾ ਸੋਹੇ। ਜਦੋਂ ਉਹਨੇ ਉਸ ਦਰਬਾਰ ਦੇ ਵਿੱਚ ਪਹੁੰਚਣਾ ਉੱਥੇ ਫਿਰ ਉਹਦੀ ਸ਼ਲਾਘਾ ਨਹੀਂ ਹੋਣੀ, ਉੱਥੇ ਉਹਨੂੰ ਜਿਹੜੀ ਹੈ ਮਰ ਹੈ ਜਿਹੜੀ ਉਹ ਸਹਿਣੀ ਪੈਣੀ ਹੈ ਵੀ ਤੂੰ ਕਿਵੇਂ ਉਸ ਪਰਮਾਤਮਾ ਦੀ ਵਡਿਆਈ ਦਾ ਥੋੜੇ ਜਿਹੇ ਤੁੱਛ ਮਾਤਰ ਸ਼ਬਦਾਂ ਦੇ ਦੁਆਰਾ ਅੰਦਾਜ਼ਾ ਲਾ ਲਿਆ। ਹਜ਼ੂਰ ਆਖਦੇ ਅਖੀਰਲੇ ਜਿਹੜੇ ਭਾਵ ਅਰਥ ਨੇ ਇਸ ਪਾਵਨ ਪੌੜੀ ਦੇ, ਹਜ਼ੂਰ ਆਖਦੇ ਜਿਸ ਮਨੁੱਖ ਨੇ ਨਾਮ ਵਿੱਚ ਚਿੱਤ ਜੋੜਿਆ ਹੈ, ਜਿਸ ਨੂੰ ਸਿਮਰਨ ਦੀ ਲਗਨ ਲੱਗ ਪਈ ਹੈ, ਜਿਹਨੂੰ ਪਰਮਾਤਮਾ ਦੇ ਨਾਲ ਪਿਆਰ ਦੀ ਜਿਹੜੀ ਲਗਨ ਹੈ, ਸਿਮਰਨ ਕਹਿ ਲਓ, ਪਿਆਰ ਕਹਿ ਲਓ, ਉਹ ਤੰਗ ਹੈ ਜਿਹੜੀ ਉਹ ਬਣ ਗਈ। ਹਜ਼ੂਰ ਆਖਦੇ ਜਿਸ ਦੇ ਮਨ ਵਿੱਚ ਪ੍ਰਭੂ ਦਾ ਪਿਆਰ ਉਪਜ ਗਿਆ, ਉਹ ਬੀਜ ਬੀਜਿਆ ਗਿਆ, ਉਸ ਦਾ ਆਤਮਾ ਸ਼ੁੱਧ ਹੋ ਜਾਂਦਾ ਹੈ, ਉਹਦੀ ਪਵਿੱਤਰ ਹੋ ਜਾਂਦੀ ਹੈ ਆਤਮਾ। ਪਰ ਇਹ ਭਗਤੀ ਉਸਦੀ ਮਿਹਰ ਨਾਲ ਹੀ ਮਿਲਦੀ ਹੈ, ਉਹਦੀ ਵਡਿਆਈ ਦੇ ਦੁਆਰਾ ਹੀ ਉਹਦੇ ਜਿਹੜੇ ਗੁਣਾਂ ਨੂੰ ਗਾਇਆ ਜਾ ਸਕਦਾ ਤੇ ਉਹਦੇ ਗੁਣਾਂ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਅੰਦਾਜ਼ੇ ਲਾਉਣ ਵਾਲੇ ਬਹੁਤ ਇਸ ਸੰਸਾਰ ਤੋਂ ਕੂਚ ਕਰ ਗਏ ਹਨ। ਸੋ ਸਤਿਗੁਰੂ ਜੀ ਕਿਰਪਾ ਕਰਨ। ਅਖੀਰਲੀਆਂ ਦੋ ਪੰਕਤੀਆਂ ਪੜ੍ਹ ਕੇ ਅੱਜ ਦੀ ਇਸ ਵਿਚਾਰ ਦੀ ਸਮਾਪਤੀ ਕਰੀਏ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।